पुरख निरभउ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। श्री नानक पद पंकज बंदन पद पंकज बंदन सिमरो अंगद दोख निकंदन अमरदास गुर हृदय त्यावा हृदय त्यावा। श्री गुरु रामदास गुण गावा श्री अर्जन विघ्नन के नाशक विघ्नन के नाशक। हर गोबिंद शुभ सुमत प्रकाशक श्री हर राय नमो कर जोरी नमो कर जोरी। गुर हर कृष्ण मनाए बहोरी तेग बहादुर परम कृपाला परम कृपाला। श्री गुरु गोबिंद सिंह बिसाला तरौं तरा पर पुन पुन सीसा पुन पुन सीसा। बंदों बार बार जगदीशा जिसमें है अमृत ज्ञान है माणिक भगत विराग। गुरु ग्रंथ साहिब ओदद बंदों कर अनुराग। श्री गुरु शब्द कमाए जिन जीते पंच विकार। तिन संतन का बंदना सिर चरणन पर तार। तिन संतन का बंदना सिर चरणन पर तार। वाहिगुरु साहिब जीओ दोहरा महानंद के संग मिल विधि चंद होए दान। दर्शन देखियो गुरु को बंदन कीनस आन। महानंद के संग मिल विधि चंद होए दान। दर्शन देखियो गुरु को
ਬੰਧਨ ਕੀਨ ਸੁਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ, ਜਹਰਾ ਜਹੂਰ, ਦੀਨਾ ਬੰਧੂ ਭਗਤ ਵਛਲ, ਦਇਆ ਮਿਹਰਾਮਤਾਂ ਦਾ ਸਾਗਰ, 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ ਕਰੁਣਾ ਨਿਧਾਨ ਜਗ ਦਾਤੇ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸੱਚੇ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸਾਜ ਰਹੇ ਦੀਵਾਨ ਅੰਦਰ ਸਤਿਗੁਰਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਦਇਆ ਸਦਕਾ ਪਾਵਨ ਪਵਿੱਤਰ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਨ ਦਾ ਇਸ ਭਾਗ ਪ੍ਰਾਪਤ ਹੋ ਰਿਹਾ ਹੈ। ਜਿਨ ਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਵੱਡੇ ਭਾਗਾਂ ਸਦਕਾ ਇਹ ਸਤਿਗੁਰਾਂ ਦੇ ਪਾਸ ਸਜਣ ਦਾ, ਬੈਠਣ ਦਾ, ਬਾਣੀ ਸੁਣਨੇ ਦਾ, ਕਥਾ ਕੀਰਤਨ ਗਾਉਣ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰ ਘਰ ਦੀ ਵਡਿਆਈ ਆਪਾਂ ਨਿਤਾ ਪ੍ਰਤੀ ਹਾਜ਼ਰੀਆਂ ਭਰ ਕਰਕੇ ਸਰਵਣ ਕਰਦੇ ਹਾਂ। ਜਥਾ ਪ੍ਰਸੰਗ ਪਿਛਲੇ ਦੀਵਾਨ ਵਿੱਚ ਆਪਾਂ ਸੁਣਿਆ ਵਿਚਾਰਿਆ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਪਾਸ ਆਪਣੀ ਕਲਿਆਣ ਲੋਚਦੇ ਹੋਏ ਬੇਅੰਤ ਪ੍ਰਾਣੀ ਮਾਈ ਭਾਈ ਦਰਸ਼ਨ ਦੀਦਾਰ ਕਰਨ ਗੋਇੰਦਵਾਲ ਸਾਹਿਬ ਪਹੁੰਚ ਰਹੇ ਹੈ। ਨਿਤਾ ਪ੍ਰਤੀ ਬੇਅੰਤ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਆਨੰਦ ਨੂੰ ਪ੍ਰਾਪਤ ਹੋ ਰਹੀਆਂ ਹਨ। ਕੁਝ ਕੁ ਸਿੱਖਾਂ ਦੇ ਨਾਮ, ਜਿਨ੍ਹਾਂ ਦੇ ਨਾਮ ਭਾਈ ਗੁਰਦਾਸ ਜੀਆਂ ਦੀ ਵਾਰਾਂ ਜੋ ਲਿਖੀਆਂ ਹਨ ਉਹਨਾਂ ਵਿੱਚ ਵੀ ਆਉਂਦਾ ਤੋ ਕਵੀ ਜੀਆਂ ਉਹਨਾਂ ਸਿੱਖਾਂ ਦਾ ਜੀਵਨ ਜਾਂ ਗੁਰੂ ਰਾਮਦਾਸ ਮਹਾਰਾਜ ਪਾਸੋਂ ਉਪਦੇਸ਼ ਲੈ ਕੇ ਕਿਸ ਤਰ੍ਹਾਂ ਉਹਨਾਂ ਜੀਵਨ ਕਮਾਏ ਹੈ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਤੋ ਮੰਨਣ ਵਾਲਿਆਂ ਦੀ ਸੁਣਿਆ ਮੰਨਿਆ ਮਨ ਕੀਤਾ ਭਾਉ, ਸੁਣ ਕੇ ਮੰਨ ਕੇ ਫਿਰ ਨਿਧਿਆਸਣ ਕਰਨ ਪ੍ਰੇਮ ਕਰਨ ਵਾਲਿਆਂ ਦੀ ਉਹ ਕਥਾ ਕਵੀ ਜੀਆਂ ਕੁਝ ਪ੍ਰਸੰਗ ਲਿਖੇ ਹੈ, ਜਿਹਦੇ ਵਿੱਚ ਆਪਾਂ ਭਾਈ ਤੀਰਥਾ ਜੀ, ਭਾਈ ਬਿਸ਼ਨ ਦਾਸ, ਮਾਣਕ ਚੰਦ, ਇੱਕ ਭਾਈ ਪੂਰੋ ਨਾਵੇਂ ਸਿੱਖ, ਇਹਨਾਂ ਦੇ ਪ੍ਰਸੰਗ ਜਿਹੜੇ ਹੈ ਆਪਾਂ ਨਿਤਾ ਪ੍ਰਤੀ ਉਹ ਸਰਵਣ ਕੀਤੇ ਆ, ਜੋ ਪਿਛਲੇ ਦੀਵਾਨ ਵਿੱਚ ਵੀ ਜਿਵੇਂ ਕਥਾ ਚੱਲੀ ਹੈ। ਤੋ ਇਸ ਤਰ੍ਹਾਂ ਮਹਾਰਾਜ ਪਾਸੋਂ ਸਿੱਖਿਆ ਲੈਣ ਆਉਂਦੇ ਆ। ਭਾਈ ਤਾਰੂ ਭਾਰੂ ਨਾਮੇ ਵੀ ਸਿੱਖ ਹੈ। ਭਾਈ ਪਦਾਰਥਾ ਜੀ ਕੇ ਮਹਾਰਾਜ ਅਸੀਂ ਧੰਦਿਆਂ ਵਿੱਚ ਫਸੇ ਹੋਏ ਲੋਕ ਹਾਂ, ਕਿਰਪਾ ਕਰਕੇ ਸਾਨੂੰ ਵੀ ਮਹਾਰਾਜ ਕੋਈ ਐਸਾ ਉਪਦੇਸ਼ ਬਖਸ਼ੋ ਵੀ ਸਾਡੇ ਪਰਿਵਾਰ ਦੀ ਵੀ ਨਾਲ ਕਲਿਆਣ ਹੋਵੇ। ਸਤਿਗੁਰਾਂ ਮਿਹਰਾਮਤ ਕਰਕੇ ਫਿਰ ਇਸ ਤਰ੍ਹਾਂ ਵਚਨ ਕੀਤੇ ਆ ਵੀ ਇਹ ਸੰਸਾਰ ਜਿਹੜਾ ਹੈ ਇਹਨੂੰ ਚਲਾਉਣ ਵਾਲਾ, ਪਾਲਣ ਵਾਲਾ ਉਹ ਹੈ ਜਿਹਨੇ ਪੈਦਾ ਕੀਤਾ। ਜਿਹੜਾ ਪੈਦਾ ਕਰਨਾ ਜਾਣਦਾ ਉਹ ਪਾਲਣਾ ਵੀ ਜਾਣਦਾ, ਨਾਸ਼ ਕਰਨਾ ਵੀ ਜਾਣਦਾ। ਤੋ ਇਸ ਲਈ ਮਨ ਵਿੱਚ ਜਦੋਂ ਕਰਨ ਵਾਲਾ ਹੋਰ ਹੈ ਤੇ ਫਿਰ ਮਨ ਵਿੱਚ ਜਿਹੜਾ ਮੈਂ ਵਾਲਾ ਹਉ ਮੈਂ ਕੀਤਾ ਹੋ ਵਿੱਚ ਆਇਆ ਹੋ ਵਿੱਚ ਗਿਆ, ਇਹ ਹਉ ਮੈਂ, ਇਹਦੀ ਗੱਲ ਫਿਰ ਛੱਡ ਦੇਣੀ ਚਾਹੀਦੀ ਹੈ। ਕਿਉਂਕਿ ਨਾਮ ਜਪਣ ਵਿੱਚ ਜਿਹੜੀ ਇੱਕ ਮੈਂ ਹੈ ਇਹ ਵੀ ਬਹੁਤ ਵੱਡੀ ਬਾਧਾ ਬਣਦੀ ਹੈ। ਤੋ ਸਤਿਗੁਰੂ ਜੀ ਦੱਸਦੇ ਆ ਫਿਰ ਵੀ ਜਿੱਥੇ ਵੀ ਕੋਈ ਜੀਵ ਹੈ ਉੱਥੇ ਹੀ ਉਹਦਾ ਰਿਜ਼ਕ ਵੀ ਪਰਮੇਸ਼ਰ ਨੇ ਉਪੜਾਇਆ ਹੋਇਆ।
ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆ ਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਏ ਤਾ ਕਾ ਰਿਜਕ ਆਗੇ ਕਰ ਧਰਿਆ। ਉਹ ਇਸ ਤਰ੍ਹਾਂ ਮਹਾਰਾਜ ਜੀਆਂ ਫਿਰ ਬਖਸ਼ਿਸ਼ਾਂ ਕਰਦੇ ਹੋਏ ਸਿਧਾਂਤ ਦਾ ਸਮਝਾਇਆ ਕਿ ਉਸ ਪਰਮੇਸ਼ਰ ਤੇ ਪੂਰਨ ਭਰੋਸਾ ਰੱਖ ਕੇ ਚਿੱਤ ਬਿਰਤੀ ਨੂੰ ਡੋਲਣੋਂ ਹਟਾ ਕੇ ਪ੍ਰਭੂ ਦੀ ਪ੍ਰੇਮਾ ਭਗਤੀ ਕਰੋ। ਤੇ ਪਰਿਵਾਰਾਂ ਨੂੰ ਵੀ ਫਿਰ ਇਹ ਉਪਦੇਸ਼ ਆ। ਜਦੋਂ ਇਹਨਾਂ ਦੇ ਪਰਿਵਾਰ ਇੱਥੇ ਆਏ ਤੋ ਇਹਨਾਂ ਆਖਿਆ ਸੀ ਹੁਣ ਗੋਇੰਦਵਾਲ ਸਾਹਿਬ ਹੀ ਰਹਾਂਗੇ, ਤੁਸੀਂ ਹੁਣ ਨੌਜਵਾਨ ਹੋ, ਬੱਚੇ ਸਾਂਭੋ ਆਪਣਾ ਕਾਰੋਬਾਰ ਭਾਈ, ਜਿਵੇਂ ਅਸੀਂ ਤੁਹਾਨੂੰ ਪਾਲਿਆ ਹੈ ਤੁਸੀਂ ਆਪਣੀ ਸੰਤਾਨ ਦਾ ਪਾਲਣ ਪੋਸ਼ਣ ਕਰੋ ਤੇ ਸਾਨੂੰ ਹੁਣ ਸੇਵਾ ਤੇ ਸਿਮਰਨ ਵਾਸਤੇ ਸਮਾਂ ਦਿਓ। ਤੋ ਇਸ ਤਰ੍ਹਾਂ ਦੇ ਜਿਹੜੇ ਬੱਚੇ ਵੈ ਉਹ ਵੀ ਸਤਿਕਾਰਯੋਗ ਹੈ, ਮਹਾਰਾਜ ਦੀ ਦਇਆ ਦੇ ਪਾਤਰ ਬਣਦੇ, ਉਹਨਾਂ ਦੀ ਵੀ ਕਲਿਆਣ ਹੈ। ਜਿਹੜੇ ਬੱਚੇ ਮਾਂ ਬਾਪ ਨੂੰ ਤੀਰਥੀ ਭੇਜਣ ਸੇਵਾ ਤੇ ਜਾਂ ਸਿਮਰਨ ਕਰਨ ਵਾਸਤੇ, ਉਹ ਵੀ ਅਸੀਂ ਹੈ ਕੰਮ ਸਾਂਭਦੇ ਹਾਂ। ਤੁਸੀਂ ਜਿਹੜਾ ਹੈ ਉਹ 2 ਵੇਲੇ ਸਿਮਰਨ ਭਜਨ ਬੰਦਗੀ ਵਿੱਚ ਭਾਈ ਆਪਣਾ ਜੀਵਨ ਸਫਲਾ ਕਰੋ। ਸੰਤਾਨ ਦਾ ਵੱਡਾ ਸੁੱਖ ਤਾਂ ਇਹੀ ਹੈ। ਔਰ ਮਾਇਆ ਕਮਾ ਕਰਕੇ ਤਾਂ ਤਕਰੀਬਨ ਬਹੁਤ ਧੀਆਂ ਪੁੱਤਰ ਦਿੰਦੇ ਹੈ, ਪਰ ਅਸਲੀ ਜਿਹੜਾ ਵਾ ਉਹ ਸ਼੍ਰੇਸ਼ਟ ਪੁੱਤਰ ਤਾਂ ਉਹੀ ਹੈ ਜਿਹੜਾ ਪੁੱਤਰ ਮਾਂ ਬਾਪ ਨੂੰ ਉਹਨਾਂ ਦਾ ਸਹਾਰਾ ਬਣ ਕੇ ਪਰਮਾਰਥ ਵਾਲੇ ਪਾਸੇ ਤੋਰੇ। ਵੀ ਤੁਸੀਂ ਹੁਣ ਆਪਣੀ ਕਲਿਆਣ ਵਾਸਤੇ ਹੰਬਲਾ ਮਾਰੋ, ਸਾਨੂੰ ਪਾਲਿਆ ਪੋਸਿਆ ਜੰਮਿਆ, ਤੁਹਾਡਾ ਧੰਨਵਾਦ ਹੈ। ਤੇ ਉਹ ਜਿਹੜਾ ਤੁਹਾਡਾ ਪਾਲਣ ਪੋਸ਼ਣ ਕਰਨ ਦੀ ਜਿਹੜੀ ਮਸ਼ੱਕਤ ਮਿਹਨਤ ਹੈ ਉਹਦਾ ਅਸੀਂ ਮੁੱਲ ਮੋੜ ਨਹੀਂ ਸਕਦੇ, ਪਰ ਉਹਦੇ ਬਦਲੇ ਇਹ ਹੈ ਵੀ ਤੁਸੀਂ ਹੁਣ ਸਾਥੋਂ ਸੁੱਖ ਲਓ। ਸਾਨੂੰ ਸੁੱਖ ਦਿੱਤਾ, ਹੁਣ ਸਾਥੋਂ ਸੁੱਖ ਲਓ ਤੇ ਨਾਮ ਜਪੋ, ਵੰਡ ਛਕੋ, ਸਿਮਰਨ ਸੇਵਾ ਕਰੋ। ਤੋ ਇਸ ਤਰ੍ਹਾਂ ਦੇ ਬਾਲ ਹੈਣ ਉਹ ਐਸੇ ਘੱਟ, ਕਿਉਂਕਿ ਮਾਂ ਬਾਪ ਦੀ ਬਿਰਤ ਨਹੀਂ ਹੈ ਵੀ ਅਸੀਂ ਨਾਮ ਜਪੀਏ, ਨਾਮ ਵਾਲੇ ਪਾਸੇ ਲੱਗੀਏ। ਤੋ ਮਾਂ ਬਾਪ ਸੁੱਖ ਤਾਂ ਮੰਗਦਾ ਬੱਚਿਆਂ ਪਾਸੋਂ, ਪਰ ਉਹ ਇਸ ਤਰ੍ਹਾਂ ਨਹੀਂ ਮੰਗਦਾ ਕਿ ਸਾਨੂੰ ਤੁਸੀਂ ਨਾਮ ਜਪਣ ਵਾਸਤੇ ਸਮਾਂ ਹੀ ਦੇ ਦਿਓ, ਬਸ ਇਹਦੇ 'ਚ ਹੀ ਸਾਰੇ ਸੁੱਖ ਹੈ। ਕਿਉਂਕਿ ਇਹਨੂੰ ਅਜੇ ਇਸ ਗੱਲ ਦੀ ਸੋਝੀ ਨਹੀਂ ਹੈ ਕਿ ਸੁੱਖ ਸਾਰੇ ਨਾਮ ਵਿੱਚ ਹੈ। ਤੋ ਰਹੋ ਵਿਚਾਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਇਹਨਾਂ 'ਤੇ ਮਿਹਰਾਮਤ ਕੀਤੀ, ਇਹਨਾਂ ਦੇ ਪਰਿਵਾਰ ਨੂੰ ਵੀ ਉਪਦੇਸ਼ ਬਖਸ਼ਿਆ ਕਿ ਇਹਨਾਂ ਨੂੰ ਭਾਈ ਹੁਣ ਤੁਸੀਂ ਨਾਮ ਜਪਣ ਵਾਲੇ ਪਾਸੇ ਸਮਾਂ ਦਿਓ ਤੇ ਤੁਸੀਂ ਕੰਮਕਾਰ ਆਪਣੇ ਸਾਂਭੋ, ਤੁਹਾਡੀ ਇਹਦੇ ਵਿੱਚ ਕਲਿਆਣ ਹੈ। ਇਹ ਗੁਰੂ ਘਰ ਦੀਆਂ ਸੇਵਾਵਾਂ ਕਰਦੇ ਜਿਹੜੇ ਆ ਸਫਲੇ ਹੈ, ਤੇ ਤੁਸੀਂ ਜਿਹੜੇ ਹੋ ਉਹ ਇਹਨਾਂ ਨੂੰ ਸੇਵਾ ਭੇਜਦੇ, ਸਮਾਂ ਦਿੰਦੇ ਤੇ ਘਰ ਦੀ ਦਸਾਂ ਨੌਂ ਦੀ ਕਿਰਤ ਕਰਦੇ ਸਫਲੇ ਹੋ। ਇਸ ਤਰ੍ਹਾਂ ਦਾ ਪ੍ਰਸੰਗ ਆਪਾਂ ਸੁਣਿਆ ਵਿਚਾਰਿਆ ਹੈ। ਅੱਗੇ ਜਿਵੇਂ ਮਹਾਨੰਦ ਤੇ ਤੋਂ ਆਦਿਕ ਸਿੱਖ ਜਿਹੜੇ ਵਾ ਬਿਧੀ ਚੰਦ ਨਾਵੇਂ ਸਿੱਖ, ਧਰਮਦਾਸ ਆਦਿਕ ਸਿੱਖ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਾਸ ਆਉਂਦੇ ਹੈ। ਜਿਵੇਂ ਉਪਦੇਸ਼ ਸਿੱਖਿਆ ਦੇ ਕਰਕੇ ਮਹਾਰਾਜ ਇਹਨਾਂ ਦੀ ਕਲਿਆਣ ਕਰਦੇ ਹੈ। ਉਹ ਪ੍ਰਸੰਗ ਆ ਰਹੇ ਆ, ਚਿੱਤ ਬਿਰਤੀ ਇਕਾਗਰ ਕਰਕੇ ਸੁਣੀਏ ਜੀ। ਰਸਨਾ ਕਰੋ ਜੀ ਪਵਿੱਤਰ ਆਖਣਾ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਹਾਨੰਦ ਕੇ ਸੰਗ ਮਿਲ। ਤੋ ਇਸ ਤਰ੍ਹਾਂ ਕਵੀ ਜੀ ਕਹਿੰਦੇ ਆ ਕਿ ਮਹਾਨੰਦ ਨਾਮ ਸਿੱਖ ਜਿਹੜਾ ਗੁਰੂ ਘਰ ਦੀ ਸੋਭਾ ਤੋਂ ਜਾਣੂ ਹੈ, ਇਹ ਆਇਆ ਨਾਲ ਇਹਦੇ ਜੋ ਆਇਆ ਹੈ ਬਿਧੀ ਚੰਦ ਹੋਏ ਦਾਨ। ਦਾਉਣ ਦੋਵੇਂ, ਇੱਕ ਬਿਧੀ ਚੰਦ, ਬਿਧੀ ਚੰਦ ਨਾਵੇਂ ਕੋਈ ਸਿੱਖ ਔਰ ਇੱਕ ਮਹਾਨੰਦ ਨਾਵੇਂ ਸਿੱਖ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਸ ਆਏ ਹੈ। ਇੱਕ ਤਾਂ ਬਾਬਾ ਬਿਧੀ ਚੰਦ ਜੀ ਹੋਏ ਹੈ 5ਵੇਂ ਪਾਤਸ਼ਾਹ ਵੇਲੇ, ਜਿਹੜੇ ਭਾਈ ਅਦਲੀ ਜੀਆਂ ਦੇ ਪ੍ਰੇਰੇ ਹੋਏ, ਚੋਰੀ ਛੱਡ ਕੇ ਗੁਰੂ ਘਰ ਦੀ ਸੇਵਾ ਨੂੰ ਲੱਗੇ। ਗੁਰੂ 6ਵੇਂ ਪਾਤਸ਼ਾਹ ਮਹਾਰਾਜ ਦੇ ਪਾਸੋਂ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਵਰਦਾਨ ਪ੍ਰਾਪਤ ਕੀਤਾ। ਇੱਕ ਬਿਧੀ ਚੰਦ ਬਠਿੰਡੇ ਦਾ ਹੋਇਆ,
ਗੁਰੂ ਰਾਮਦਾਸ ਮਹਾਰਾਜ ਦਾ ਹੀ ਸਿੱਖ ਸੀਗਾ। ਵਾਹਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੇ ਸਮੇਂ ਉਹ ਇੱਧਰੋਂ ਮਾਲਵੇ ਚੋਂ ਜਿਹੜੇ ਹੁੰਦੇ ਆ ਬਾਜਰਾ, ਕੋਈ ਦਾਲਾਂ ਆਦਿ ਕੇ ਇਹਦਾ ਵੇਚਣ ਦਾ ਕੰਮ ਕਰਦਾ ਸੀ। ਕਿਸੇ ਦੱਸਿਆ ਵੀ ਉੱਥੇ ਅੰਮ੍ਰਿਤਸਰ ਸਾਹਿਬ ਸੇਵਾ ਚੱਲਦੀ, ਉੱਥੇ ਤੇਰਾ ਇਹ ਸਾਰਾ ਰਾਸ਼ਨ ਸੌਖਾ ਵਿਕ ਜਾਏਗਾ। ਜਦੋਂ ਇਹ ਪਹੁੰਚਿਆ ਤੇ ਉਧਰੋਂ ਲਾਂਗਰੀ ਨੇ ਵਾਹਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਲੰਗਰ ਦੀਆਂ ਰਸਤਾਂ ਉਹ ਆਨੰਦ ਹੋ ਗਈਆਂ, ਸਮਾਪਤਾ ਹੋ ਗਿਆ। ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਇੱਥੇ ਬਾਹਰ ਕੋਈ ਆਇਆ ਉਹ ਵੇਚਣ ਵਾਸਤੇ ਅੰਨ, ਉਹਦੇ ਤੋਂ ਲੈ ਲਓ ਤੇ ਜਿੰਨੀ ਮਾਇਆ ਬਣੇਗੀ ਜਿਹੜੀ ਉਹਨੂੰ ਦੇ ਦੇਣਾ। ਤੇ ਇਸ ਤਰ੍ਹਾਂ ਸਿੱਖਾਂ ਨੇ ਫਿਰ ਉਹ ਜਾ ਕੇ ਆਖਿਆ ਵੀ ਤੂੰ ਵੇਚਣ ਆਇਆ ਤੇ ਸਾਨੂੰ ਇੱਕ ਦਿਨ ਦਾ ਇਹ ਰਾਸ਼ਨ ਜਿਹੜਾ ਸੰਗਤਾਂ ਨੂੰ ਲੱਗ ਜਾਂਦਾ ਉਹ ਦੇ ਦੇ, ਤੇ ਜਿੰਨੀ ਕੁ ਮਾਇਆ ਬਣਦੀ ਆ ਉਹਦੀ ਲੈ ਲਾ। ਤੋ ਇਸ ਤਰ੍ਹਾਂ ਸੰਗਤਾਂ ਦਾ ਬਹੁਤ ਇੱਥੇ ਇਕੱਠ ਵੇਖ ਕੇ ਤੇ ਕੋਈ ਗਰੀਬ ਅਨਾਥ ਇੱਥੋਂ ਪ੍ਰਸ਼ਾਦਾ ਤੇ ਸੁੱਖ ਪ੍ਰਾਪਤ ਕਰਦੇ ਵੇਖ ਕੇ ਇਹਦਾ ਮਨ ਬੜਾ ਖੁਸ਼ ਹੋਇਆ। ਇਹਨੇ ਵਿਚਾਰ ਕੀਤੀ ਵੀ ਮੈਂ ਵੀ ਇੱਥੇ ਸੇਵਾ ਕਰਾਂ, ਤੇ ਬੇਨਤੀ ਕੀਤੀ ਵੀ ਇੱਕ ਦਿਨ ਦਾ ਜਿੰਨਾ ਅੰਨ ਹੋਵੇਗਾ ਖਰਚਾ, ਅੰਨ ਦਾਲਾਂ ਹੋਣਗੀਆਂ, ਉਹ ਲੰਗਰ ਮੇਰੇ ਵੱਲੋਂ ਹੈ। ਇਹਨੇ ਫਿਰ ਇੱਕ ਦਿਨ ਦਾ ਲੰਗਰ ਕੀਤਾ। ਦੂਜੇ ਦਿਨ ਫਿਰ ਕਿਉਂਕਿ ਮਹਾਰਾਜ ਇਸ ਤਰ੍ਹਾਂ ਪਰਖ ਹੀ ਰਹੇ ਸੀ, ਉਹ ਫਿਰ ਕੋਈ ਰਸਤ ਨਾ ਮਹਾਰਾਜ ਨੇ ਐਸਾ ਕੋਈ ਢੰਗ ਵਰਤਾਇਆ, ਰਸਤ ਨਾ ਹੋਈ। ਦੂਜੇ ਦਿਨ ਫਿਰ ਇਹਦੇ ਤੋਂ ਲਿਆਏ, ਫਿਰ ਆਖੇ ਵੀ ਮੈਂ ਲੈਣਾ ਨਹੀਂ ਕੁਝ। ਤੋ ਇਸ ਤਰ੍ਹਾਂ ਜਿੰਨਾ ਸਮਾਂ ਉਹ ਅੰਨ ਮੁੱਕਾ ਨਹੀਂ, ਸਾਰਾ ਹੀ ਉਹ ਲੇਖੇ ਲਾ ਗਿਆ। ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰਵਾ ਦਿੱਤੀ। ਤੋ ਸਾਰੇ ਦਾ ਸਾਰਾ ਅੰਨ ਇਸ ਤਰ੍ਹਾਂ ਦੇ ਕਰਕੇ ਫਿਰ ਮਹਾਰਾਜ ਬੜੇ ਖੁਸ਼ ਹੋਏ। ਜਦੋਂ ਇਹ ਪਰਖ ਵਿੱਚ ਬੜਾ ਸਿਦਕੀ ਨਿਕਲਿਆ ਵੀ ਪੂਰਾ ਭਰੋਸਾ ਹੈ ਮਹਾਰਾਜ 'ਤੇ। ਫਿਰ ਮਹਾਰਾਜ ਨੇ ਇਹਨੂੰ ਇੱਕ ਸਿਰੋਂ ਪਾਓ, ਇੱਕ ਦੱਖਣੀ ਬਲਦ ਦਿੱਤਾ, ਇੱਕ ਮਹਾਰਾਜ ਨੇ ਇੱਕ ਨਗਾਰਾ ਵੀ ਦਿੱਤਾ। ਇਹ ਲੈ ਕੇ ਫਿਰ ਆਖਿਆ ਮਹਾਰਾਜ ਨੇ ਕਿ ਜਾ ਕੇ ਮਾਲਵੇ ਇੱਧਰ ਦੇਸ਼ ਵਿੱਚ ਪ੍ਰਚਾਰ ਕਰੋ, ਜਾ ਕੇ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਦਾ। ਇੱਕ ਇਹ ਬਿਧੀ ਚੰਦ ਹੋਇਆ ਤੇ 3 ਬਿਧੀ ਚੰਦ ਹੋਏ। ਤੀਜੇ ਦਾ ਇਹ ਪ੍ਰਸੰਗ ਜਿਹੜਾ ਹੋਣ ਆ ਰਿਹਾ ਉਹ ਬਾਬਾ ਬਿਧੀ ਚੰਦ ਜੀ ਜਿਹੜੇ ਹੋਏ ਆ ਸ਼ੀਨਾ ਗੁਰੂ ਕਾ ਸੀਨਾ 6ਵੇਂ ਪਾਤਸ਼ਾਹ ਦੇ ਸਮੇਂ ਵੇਲੇ ਵੀ ਉਹ ਨਹੀਂ ਜਾਣਨੇ। ਤੋ ਇੱਕ ਇਹ ਜਿਹੜਾ ਕੋਈ ਬਠਿੰਡੇ ਦਾ ਬਿਧੀ ਚੰਦ ਹੋਇਆ ਇਹ ਵੀ ਨਹੀਂ ਜਾਣਨਾ। ਇਹ ਹੋਰ ਹੈ ਕੋਈ ਉਹਦਾ ਸਿੱਖ ਦਾ ਜਿਵੇਂ ਪ੍ਰਸੰਗ ਆਉਂਦਾ ਉਹ ਸੁਣੀਏ। ਭਾਈ ਮਹਾਨੰਦ ਤੇ ਇੱਕ ਬਿਧੀ ਚੰਦ ਨਾਵੇਂ ਸਿੱਖ ਜਿਹੜੇ ਆ ਸਤਿਗੁਰਾਂ ਦੇ ਪਾਸ ਆਏ ਹਨ। ਦਰਸ਼ਨ ਦੇਖਿਓ ਗੁਰੂ ਕੋ, ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਦੀਦਾਰ ਕੀਤੇ ਹਨ। ਬੰਦਨ ਕੀਨਸ ਆਨ, ਤੇ ਆ ਕੇ ਬੰਦਨ ਕੀਤੀ ਨਮਸਕਾਰ। ਆਉਣ ਨਾਵੇਂ ਧਰਤੀ ਦਾ, ਧਰਤੀ ਤੇ ਸੀਸ ਨਵਾ ਕੇ ਮੱਥਾ ਟੇਕਿਆ ਹੈ। ਚਾਪਈ ਹਾਥ ਜੋੜ ਕਰ ਥਿਰੇ ਅਗਾਰੀ, ਤੇ ਦੋਵੇਂ ਹੱਥ ਜੋੜ ਕੇ ਗੁਰੂ ਰਾਮਦਾਸ ਮਹਾਰਾਜ ਦੇ ਅੱਗੇ ਖੜ ਗਏ ਹਨ। ਸੁਖ ਗਰਜੀ ਨਿਤ ਅਰਜ ਗੁਜਾਰੀ, ਬੇਨਤੀ ਕੀਤੀ ਵੀ ਹੈ ਗੁਰੂ ਰਾਮਦਾਸ ਜੀ ਅਸੀਂ ਸੁੱਖ ਦੇ ਗਰਜੀ ਹਾਂ, ਲੋੜਵੰਦ ਹਾਂ, ਜਾਂ ਕਹਿ ਲਓ ਜਿਹੜੇ ਸੁੱਖ ਲੋੜਦੇ ਆ। ਦੋਵੇਂ ਮਹਾਨੰਦ ਤੇ ਬਿਧੀ ਚੰਦ ਇਹਨਾਂ ਸਤਿਗੁਰਾਂ ਦੇ ਚਰਨੀ ਬੇਨਤੀ ਕੀਤੀ ਹੈ। ਜਨਮ ਮਰਨ ਕੋ ਤਰਾਸ ਹਮਾਰੇ, ਕਿ ਬੇਨਤੀ ਮਹਾਰਾਜ ਵੀ ਸਾਡੇ ਮਨ ਵਿੱਚ ਜੰਮਣ ਦਾ, ਮਰਨ ਦਾ, ਜੰਮ ਕੇ ਮਰਨ ਦਾ ਇਹ ਬੜਾ ਭਾਰੀ ਡਰ ਪਿਆ ਹੋਇਆ। 84 ਲੱਖ ਜੂਨੀ ਦਾ ਭ੍ਰਮਣ ਮਿਟਾਵ ਹਜੇ ਦੁੱਖ ਵਾਰੇ, ਤੇ ਮਹਾਰਾਜ ਜਿਹੜਾ ਦੁੱਖ ਦੇਣ ਵਾਲਾ ਬੜਾ ਭਾਰੀ ਭ੍ਰਮਣ ਹੈ। ਇਹ 84 ਜੂਨ ਵਿੱਚ ਭ੍ਰਮਣਾ ਭਟਕਣਾ ਹੈ। ਉਹ ਕਿਰਪਾ ਕਰਕੇ ਸਾਡਾ ਨਾਸ਼ ਕਰ ਦਿਓ। ਦੁੱਖ ਦੇਣ ਵਾਲੀ ਇਹ ਸਾਡੀ ਜਿਹੜੀ ਹਾਲਤ ਪ੍ਰਸੰਗ ਹੈ ਜੰਮ ਮਰਨ ਦਾ, ਇਹ ਆਪ ਜੀ ਕੱਟ ਦਿਓ ਜੀ। ਜਨਮ ਅਨੇਕ ਤਰੇ ਪੁਨ ਹਮਰੇ, ਕਿਉਂਕਿ ਮਹਾਰਾਜ ਅਨੇਕਾਂ ਹੀ ਜਨਮ ਅਨੇਕ ਧਰੇ ਪੁੰਨ ਹਮਰੇ, ਨਹੀਂ ਮਰੇ, ਹਾ ਵਾਧੂ ਲੱਗਾ ਹੋਇਆ। ਜਨਮ ਅਨੇਕ ਧਰੇ ਪੁੰਨ ਮਰੇ, ਪੁਨ੍ਹਾ ਬਹੁਤ ਵਾਰੀ ਮਰੇ ਆ, ਜਨਮ ਧਰੇ ਆ, ਪੁਨ੍ਹਾ ਫੇਰ ਮਰ ਜਾਂਦੇ ਆ। ਇਸ ਤਰ੍ਹਾਂ ਬੜੇ ਹੀ ਮਹਾਰਾਜ ਅਸੀਂ ਅਨੇਕਾਂ ਜੰਮ ਕੇ ਮਰੇ ਆ, ਜਨਮ ਧਰੇ ਆ ਧਰਤੀ ਤੇ। ਰਾਗ ਦਵੈਸ਼ ਬਸ ਜੂਨਨ ਪਰੇ, ਤੇ ਮਹਾਰਾਜ ਰਾਗ ਦਵੈਸ਼ ਦੇ ਕਰਕੇ ਜੂਨੀਆਂ ਵਿੱਚ ਕਿਸੇ ਨਾਲ ਪ੍ਰੇਮ, ਕਿਸੇ ਨਾਲ ਈਰਖਾ, ਜਿਸ ਕਰਕੇ ਜੂਨੀਆਂ ਵਿੱਚ ਭਟਕ ਰਹੇ ਹਾਂ। ਅਬ ਚੱਲ ਆਏ ਸ਼ਰਨ ਤੁਮਾਰੀ, ਤੇ ਹੁਣ ਅਸੀਂ ਸਤਿਗੁਰੂ ਜੀ ਤੁਹਾਡੀ ਚਰਨ ਸ਼ਰਨ ਚੱਲ ਆਏ ਹਾਂ।
ਕਰਹ ਕਿਰਪਾ ਕਰ ਸੁਗਤ ਤੇ ਹਮਾਰੀ। ਮਹਾਰਾਜ ਸਾਡੀ ਜਿਹੜੀ ਵੈ ਸੁਗਤ ਸ੍ਰੇਸ਼ਟ ਗਤੀ ਕਰੋ ਸੱਚੇ ਪਾਤਸ਼ਾਹ ਜੀ, ਵੀ ਸਾਡੀ ਵੀ ਮਹਾਰਾਜ ਕਲਿਆਣ ਕਰੋ, ਤੁਹਾਡੇ ਚਰਨੀ ਆਏ ਹਾਂ। ਸੁਣ ਸ਼੍ਰੀ ਰਾਮਦਾਸ ਕਰ ਕਰੁਣਾ। ਇਸ ਤਰ੍ਹਾਂ ਸੁਣ ਕੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਬਹੁਤ ਕਿਰਪਾ ਠਾਣੀ ਹੈ। ਸਭ ਉਪਦੇਸ਼ ਤਨਹਾ ਪ੍ਰਤ ਬਰਨਾ। ਤੇ ਮਹਾਰਾਜ ਨੇ ਬੜਾ ਸੁੰਦਰ ਉਪਦੇਸ਼ ਇਹਨਾਂ ਦਾ ਮੋਹ ਕੱਟਣ ਵਾਸਤੇ, ਕਲਿਆਣ ਕਰਨ ਵਾਸਤੇ ਬੜਾ ਸੁੰਦਰ ਉਪਦੇਸ਼ ਬਖਸ਼ਿਆ ਹੈ। ਆਪਣੋ ਜਬੈ ਸਰੂਪ ਪਛਾਨਹ। ਮਹਾਰਾਜ ਕਹਿੰਦੇ ਗੱਲ ਇਹ ਹੈ ਬਿਧੀ ਚੰਦ ਤੇ ਮਹਾਨੰਦ ਭਾਈ, ਜਦੋਂ ਆਪਣਾ ਨਿਜ ਸਰੂਪ ਸੁੱਧ ਸਰੂਪ ਆਤਮਾ ਇਹਨੂੰ ਪਛਾਣ ਲਈਏ, ਜਨਮ ਮਰਨ ਤਬ ਬੰਧਨ ਹਨਹ। ਤੇ ਜੰਮਣ ਮਰਨ ਦਾ ਬੰਧਨ ਤਾਂ ਤਦੇ ਹੀ ਟੁੱਟ ਸਕਦਾ ਹੈ, ਉਦੋਂ ਫਿਰ ਜਨਮ ਮਰਨ ਉੱਥੇ ਨਾਸ਼ ਹੋ ਜਾਂਦਾ ਹੈ। ਹਾਥ ਜੋੜ ਸੁਨ ਦਾਨ ਬਖਾਨ ਹੈ। ਦੋਹਾਂ ਨੇ ਹੱਥ ਜੋੜੇ ਆ, ਗੁਰੂ ਰਾਮਦਾਸ ਮਹਾਰਾਜ ਜੀ ਨੂੰ ਇਉਂ ਦੱਸਣ ਲੱਗੇ ਬੇਨਤੀ, ਹਮ ਤਾਂ ਇਹ ਸਰੂਪ ਨਿਜ ਜਾਨ ਕਿ ਹੈ। ਮਹਾਰਾਜ ਨਿਜ ਸਰੂਪ ਕੀ ਹੁੰਦਾ ਹੈ? ਮਹਾਰਾਜ ਕਹਿੰਦੇ ਨਿਜ ਸਰੂਪ ਤੁਹਾਡਾ ਆਤਮਾ। ਕਹਿੰਦੇ ਨਹੀਂ ਮਹਾਰਾਜ ਅਸੀਂ ਤਾਂ ਬਸ ਨਿਜ ਸਰੂਪ ਇਸੇ ਨੂੰ ਹੀ ਆਪ ਦਾ ਸਰੂਪ ਜਾਣਦੇ ਹਾਂ। ਜਨਮੇ ਹੋਏ ਨੰਦਨ ਖਤਰੀਨ। ਆ ਵੀ ਅਸੀਂ ਇਹੀ ਜਾਣਦੇ ਹਾਂ ਆਪਦੇ ਆਪ ਦਾ, ਵੀ ਸਾਡਾ ਸਰੂਪ ਤਾਂ ਹੈ ਵੀ ਅਸੀਂ ਖੱਤਰੀਆਂ ਦੇ ਪੁੱਤਾਂ, ਖੱਤਰੀਆਂ ਦੀ ਕੁਲ ਵਿੱਚ ਜੰਮੇ ਹਾਂ। ਖੱਤਰੀ ਹੈ ਨਰ ਤਨ ਮਨ ਚੀਨ। ਤੇ ਅਸੀਂ ਤਾਂ ਤਨ ਮਨ ਕਰਕੇ ਉਹ ਜਾਣਦੇ ਹਾਂ ਵੀ ਅਸੀਂ ਖੱਤਰੀ ਹਾਂ, ਅਸੀਂ ਖੱਤਰੀ ਕੁਲ ਵਿੱਚ ਪੈਦਾ ਹੋਏ ਹਾਂ, ਤੇ ਇਸ ਤਰ੍ਹਾਂ ਮਨ ਵਿੱਚ ਅਸੀਂ ਚੀਨ ਜਾਣਦੇ ਹਾਂ। ਪੂਰਬ ਬਾਲਕ ਬੈ ਕੋ ਤੇ ਧਰੇ। ਬਾਕੀ ਇਹ ਜਾਣਦੇ ਵੀ ਅਸੀਂ ਪਹਿਲਾਂ ਛੋਟੇ ਹੁੰਦੇ ਸੀ, ਬਚਪਨ ਵਿੱਚ ਉਹ ਬਾਲ ਅਵਸਥਾ, ਬੱਚਿਆਂ ਵਾਲਾ ਉਮਰ ਧਾਰੀ ਹੋਈ ਸੀ, ਤਰਨ ਭਏ ਅਬ ਬਹ ਬਲ ਪਰੇ। ਤੇ ਹੁਣ ਅਸੀਂ ਵੱਡੇ ਹੋ ਗਏ ਹਾਂ, ਬਲ ਦੇ ਸਹਿਤ ਹੋ ਗਏ ਹਾਂ। ਬਿਨ ਤਨ ਅਪਰ ਕਛੂ ਨਹਿ ਜਾਨ ਤੇ ਹੈ। ਮਹਾਰਾਜ ਅਸੀਂ ਆ ਸਰੀਰ ਹੀ ਆ ਸਾਡਾ, ਵੀ ਅਸੀਂ ਫਲਾਣਾ ਮੇਰਾ ਨਾਮ ਹੈ ਤੇ ਮੈਂ ਖੱਤਰੀ ਜਾਤ ਦਾ ਹਾਂ, ਇਸ ਤਰ੍ਹਾਂ ਮੇਰੀ ਜਾਤ ਕੁਲ ਰੂਪ ਰੰਗ ਹੈ। ਤੋ ਆਪਦੇ ਸਰੀਰ ਨੂੰ ਹੀ ਅਸੀਂ ਮਹਾਰਾਜ ਬਸ ਜਾਣਦੇ ਵੀ ਇਹੀ ਅਸੀਂ ਹਾਂ, ਮੈਂ ਹਾਂ। ਇਹ ਜਿਹੜੀ ਵੈ ਮਹਾਰਾਜ ਸਾਡਾ ਸਰੀਰ ਹੀ ਪਰਮ ਆਪਾ ਜਾਂ ਉਹ ਸੁੱਧ ਸਰੂਪ ਹੈ, ਅਸੀਂ ਇਸੇ ਨੂੰ ਹੀ ਜਾਣਦੇ ਹਾਂ ਵੀ ਅਸੀਂ ਤਾਂ ਆ ਹਾਂ ਜੋ ਤੁਹਾਡੇ ਸਾਹਮਣੇ ਖੜੇ ਹਾਂ। ਆਪਣੋ ਰੂਪ ਇਹੀ ਹਮ ਮੰਨ ਤੇ ਹੈ। ਅਸੀਂ ਆਪਦਾ ਰੂਪ ਵੀ ਇਸੇ ਨੂੰ ਹੀ ਮੰਨਦੇ ਹਾਂ, ਨਿਸ਼ਚੈ ਕੀਤਾ ਹੈ। ਤਬ ਸ਼੍ਰੀ ਸਤਿਗੁਰ ਬਾਕ ਉਚਾਰਾ। ਤਦੇ ਫਿਰ ਗੁਰੂ ਰਾਮਦਾਸ ਮਹਾਰਾਜ ਜੀਆਂ ਵਾਕ ਉਚਾਰਿਆ, ਬਚਨ ਕੀਤਾ ਹੈ ਮਾਤ ਪਿਤਾ ਨੇ ਇਹੋ ਤਨ ਵੀ ਧਾਰਾ। ਭਾਈ ਵੇਖੋ ਗੁਰਸਿੱਖੋ, ਵੀ ਜਿਹੜਾ ਮਾਤ ਪਿਤਾ ਹੈ ਉਹਨਾਂ ਨੇ ਸਾਡਾ ਮਾਤਾ ਪਿਤਾ ਸੰਜੋਗ ਕਰਕੇ ਸਾਡਾ ਇਹ ਤਨ ਧਾਰਾ, ਅਸੀਂ ਸਰੀਰ ਧਾਰਿਆ ਹੋਇਆ। ਮਾਂ ਬਾਪ ਨੇ ਸਾਡੇ ਸਰੀਰ ਨੂੰ ਜਨਮ ਦਿੱਤਾ ਹੈ। ਜਾਤ ਰੋ ਨਾਮ ਤਨਹਾ ਕਲ ਤੇ ਪਾਏ। ਜਿਹੜੀ ਕੁਲ ਵਿੱਚ ਜੰਮ ਪਏ ਫਿਰ ਉਹ ਜਾਤ ਫਲਾਣੀ ਕੁਲ ਹੈ, ਤੇ ਨਾਮ ਜਾਤ ਤੇ ਕੁਲ ਆਦਿਕ ਫਿਰ ਨਾਮ, ਇਹ ਕਲਪਨਾ ਮਾਤਰ ਹੈ ਵੀ ਮਾਂ ਬਾਪ ਨੇ ਰੱਖ ਕੇ ਦਿੱਤੇ ਹੋਏ ਹੈ। ਨਿਜ ਮਤ ਕਹਿ ਵਿਵਹਾਰ ਬਤਾਏ। ਤੇ ਇਸ ਤਰ੍ਹਾਂ ਫਿਰ ਆਪਦੇ ਘਰ ਦਾ ਮਤ ਸਿਧਾਂਤ ਕੋਈ ਵੀ ਆਪਣਾ ਲੈਣ ਦੇਣਾ ਹੈ, ਇਸ ਤਰ੍ਹਾਂ ਕੋਈ ਆਪਣਾ ਕਾਰ ਵਿਹਾਰ ਹੈ, ਉਹ ਸਾਰੀ ਮਤ ਜਿਹੜੀ ਮਾਂ ਬਾਪ ਦੀ ਦਿੱਤੀ ਹੋਈ ਹੈ ਕਾਰਾਂ ਵਿਹਾਰਾਂ ਦੀ। ਤੁਮ ਤੋ ਇਸ ਤਨ ਪੂਰਬ ਹੋਤੇ। ਤੇ ਤੁਸੀਂ ਜਾਣੋ ਭਾਈ ਸਿੱਖੋ, ਵੀ ਤੁਸੀਂ ਤਾਂ ਸਰੀਰ ਜਦੋਂ ਮਾਂ ਬਾਪ ਨੇ ਤੁਹਾਨੂੰ ਇਹ ਪੈਦਾ ਨਹੀਂ ਕੀਤਾ ਸੀ, ਤੁਸੀਂ ਤਾਂ ਉਦੋਂ ਵੀ ਸੀਗੇ, ਉਸ ਸਮੇਂ ਵੀ ਤੁਸੀਂ ਮੌਜੂਦ ਸੀਗੇ। ਕਰੇ ਕਰਮ ਫਲ ਤਿਸਕੇ ਲਿਤੇ। ਤੇ ਉਹ ਪਿੱਛੇ ਜਿਹੜੇ ਕਰਮ ਫਲ ਕੀਤੇ ਹੋਏ ਸੀਗੇ, ਉਹ ਉਦੋਂ ਚਾਹੇ ਮਾਂ ਬਾਪ ਨੇ ਤੁਹਾਡਾ ਇਹ ਸਰੀਰ ਨਹੀਂ ਪੈਦਾ ਕੀਤਾ ਸੀ, ਪਰ ਉਸ ਤੋਂ ਪਹਿਲਾਂ ਵੀ ਤੁਸੀਂ ਤਾਂ ਹੈ ਸੀਗੇ। ਤੇ ਉਹ ਸਮੇਂ ਵਿੱਚ ਫਿਰ ਜਿਹੜੇ ਤੁਸੀਂ ਪਿਛਲੇ ਚੰਗੇ ਮਾੜੇ ਕਰਮ ਕੀਤੇ ਸਨ, ਭਲਾ ਬੁਰਾ ਜਮ ਪੂਰਬ ਕੀਨ। ਚੰਗਾ ਹੋਵੇ ਚਾਹੇ ਉਹ ਮਾੜਾ, ਕੋਈ ਚੰਗਾ ਮਾੜਾ ਕੰਮ ਜਿਹੜਾ ਤੁਸੀਂ ਪਿੱਛੇ ਕਿਸੇ ਜਨਮ ਵਿੱਚ ਕੀਤਾ ਸੀ, ਤਿਸ ਤੇ ਦੁੱਖ ਸੁਖ ਭੋਗਨ ਤੇ ਕੀਨ। ਉਹਦੇ ਤੋਂ ਹੀ ਹੁਣ ਅਗਲਾ ਜਨਮ ਹੋ ਗਿਆ। ਤੇ ਉਹ ਆ ਦੁੱਖ ਸੁੱਖ ਜਿਹੜੇ ਮਿਲ ਰਹੇ ਆ ਇਸ ਮਨੁੱਖਾ ਜਾਮੇ ਵਿੱਚ, ਉਹ ਸਾਰੇ ਉਸੇ ਪਿਛਲੇ ਸਮੇਂ ਕੀਤੇ ਹੋਏ ਕਰਮਾਂ ਦਾ ਫਲ ਹੈ। ਇਹੋ ਤਨ ਤਾਜ ਪੁਨ ਧਾਰਹ ਆਰ। ਤੇ ਜਦੋਂ ਇਹ ਸਰੀਰ ਛੱਡ ਜਾਓਗੇ ਤੇ ਪੁਨः ਹੋਰ ਧਾਰ ਲਓਗੇ। ਉਹ ਸਰੀਰ ਤਾਂ ਜਦ ਤੁਹਾਡਾ ਹੈ ਤਾਂ ਫਿਰ ਇੱਥੇ ਹੀ ਰਹਿ ਜਾਂਦਾ ਹੈ, ਜਦੋਂ ਚੜ੍ਹਾਈ ਕਰ ਜਾਓਗੇ ਇਹ ਸਰੀਰ ਛੱਡ ਦੇਣਾ, ਤੁਸੀਂ ਹੋਰ ਅੱਗੇ ਧਾਰ ਲੈਣਾ ਹੈ। ਕਰਹਾ ਕਰਮ ਭੋਗਹ ਤਿਸ ਠਾਰ। ਤੇ ਉਹ ਜਿਹੜੇ ਕੀਤੇ ਹੋਏ ਕਰਮ ਸੀ ਜਾਂ ਅੱਗੇ ਕਰੋਗੇ ਉਹ ਉੱਥੇ ਭੋਗੀ ਜਾਓਗੇ। ਪਿਛਲੇ ਕੀਤੇ ਇਸ ਜਨਮ ਦੇ ਕੰਮ ਮਰ ਕੇ ਅਗਲੇ ਜਨਮ ਵਿੱਚ ਫਿਰ ਭੋਗੀ ਜਾਓਗੇ।
ਤਨ ਉਪਜਨ ਤੇ ਹੁਤੇ ਅਗੇਰੇ। ਤੇ ਤੁਸੀਂ ਤਾਂ ਤਨ ਜਦੋਂ ਨਹੀਂ ਨਾ ਪੈਦਾ ਹੋਇਆ ਸੀ, ਤੁਹਾਡਾ ਮਾਂ-ਬਾਪ ਨੇ ਨਹੀਂ ਜੰਮਿਆ ਸੀ, ਫਿਰ ਨਹੀਂ ਤੇ ਨਾਮ ਵੀ ਨਹੀਂ ਸੀ ਉਦੋਂ, ਨਾ ਕੋਈ ਜਾਤ ਨਾ ਕੋਈ ਕੁਲ। ਤੇ ਉਹ ਸਮੇਂ ਤੁਸੀਂ ਹੈ ਸੀਗੇ ਜਦੋਂ ਤੁਹਾਡਾ ਇਹ ਸਰੀਰ ਹੈ ਨਹੀਂ ਸੀਗਾ, ਪਰ ਤੁਸੀਂ ਸੀਗੇ। ਤੋ ਇਸ ਤਰ੍ਹਾਂ ਤੁਸੀਂ ਜਾਣਨਾ ਕਰੋ ਵੀ ਤਨ ਨਾਸ਼ ਹੋਣ ਤੋਂ ਬਾਅਦ ਵੀ ਹੋ ਤੇ ਪਹਿਲਾਂ ਵੀ ਤੁਸੀਂ ਸੀਗੇ। ਤਨ ਬਿਨ ਸੇ ਪੁਨ ਰਹਾ ਪਿਛੇਰੇ। ਤੇ ਹੁਣ ਜੰਮਣ ਤੋਂ ਪਹਿਲਾਂ ਸੀਗੇ, ਜਦੋਂ ਤਨ ਨਹੀਂ ਰਹੇਗਾ ਹੁਣ ਵੀ ਹੋ, ਸਰੀਰ ਕਰਕੇ ਦਿਸ ਰਹੇ ਹੋ। ਤੇ ਜਦੋਂ ਨਾ ਹੋਵੋਗੇ ਤਨ ਸਰੀਰ ਨਾਸ਼ ਹੋ ਜਾਵੇਗਾ, ਪਰ ਉਹ ਸੁੱਧ ਸਰੂਪ ਤੁਸੀਂ ਭਾਵ ਜਿਹੜਾ ਤੁਹਾਡਾ ਸੁੱਧ ਸਰੂਪ ਹੈ ਉਹ ਤਾਂ ਉਸ ਸਮੇਂ ਵੀ ਹੋਵੇਗਾ। ਆਦ ਅੰਤ ਤਨ ਕੇ ਜਬ ਰਹੇ। ਕਿਉਂਕਿ ਆਦ ਅੰਤ ਜਿਹੜਾ ਤਨ ਸਰੀਰ ਦਾ ਲਹੇ ਜਾਣਿਆ ਜਾਂਦਾ ਹੈ। ਤਨ ਨਿਜ ਰੂਪ ਕੁਤੋ ਹਮ ਤੁਮ ਲਏ। ਤੇ ਫਿਰ ਦੱਸੋ ਵੀ ਕਿਵੇਂ ਤੁਸੀਂ ਜਾਣਦੇ ਵੀ ਸਾਡਾ ਸਰੀਰ ਰੂਪ ਹੈ। ਤੋ ਜਿਹੜਾ ਤਨ ਹੋਣ ਤੋਂ ਸਰੀਰ ਤੋਂ ਪਹਿਲਾਂ ਵੀ ਸੀ, ਸਰੀਰ ਤੋਂ ਬਾਅਦ ਵੀ ਹੈ, ਤੇ ਜਿਹਦਾ ਅੰਤ ਨਹੀਂ ਹੈ। ਸਰੀਰ ਦੇ ਮਰ ਜਾਣ ਨਾਲ ਜੰਮ ਜਾਣ ਨਾਲ ਜੰਮਦਾ ਮਰਦਾ ਨਹੀਂ ਹੈ, ਉਹ ਪਰਮਾਤਮਾ ਤੁਹਾਡਾ ਸੁੱਧ ਸਰੂਪ ਆਤਮਾ ਜੋ ਹੈ। ਫਿਰ ਦੱਸੋ ਤੁਸੀਂ ਆਪਦੇ ਆਪ ਨੂੰ ਕਿਵੇਂ ਜਾਣ ਲਿਆ ਵੀ ਅਸੀਂ ਆ ਸਰੀਰ ਹਾਂ? ਜੇ ਤੁਸੀਂ ਸਰੀਰ ਹੋ, ਤੁਸੀਂ ਤਾਂ ਪਹਿਲਾਂ ਵੀ ਸੀ ਸਰੀਰ ਤੋਂ, ਉਦੋਂ ਕੌਣ ਸੀ ਫਿਰ? ਤੋ ਇਸ ਤਰ੍ਹਾਂ ਮਹਾਰਾਜ ਦੱਸਦੇ ਹਨ। ਤਨ ਕੂਰਾ ਸਮ ਵਸਤਰ ਲਖੈ। ਤੇ ਇਹ ਭਾਈ ਇਹ ਜਿਹੜਾ ਸਰੀਰ ਹੈ ਇਹ ਝੂਠਾ ਹੈ, ਇਹਨੂੰ ਤਾਂ ਵਸਤਰ ਵਰਗਾ ਜਾਣੋ, ਜਿਵੇਂ ਕੋਈ ਕੱਪੜਾ ਚੋਲਾ ਆਦਿਕ ਸਵਾਇਆ ਹੁੰਦਾ ਹੈ। ਜੀਰਨ ਭਏ ਅਪਰ ਧਰ ਲੈ ਹੋ। ਤੇ ਤੁਸੀਂ ਜਦੋਂ ਇਹ ਸਰੀਰ ਤੁਹਾਡਾ ਉਹ ਜੀਰਨ ਕਹੀਏ ਪੁਰਾਣਾ ਹੋ ਜਾਵੇਗਾ, ਆ ਜਿਵੇਂ ਬੁੱਢਾ ਹੋ ਜਾਵੇਗਾ, ਇਹ ਛੱਡ ਕੇ ਤੇ ਕਿਤੇ ਹੋਰ ਧਾਰ ਲੈਣਾ ਹੈ। ਸਰੀਰ ਤਾਂ ਕੱਪੜੇ ਮਾਤਰ ਹੈ। ਤਾਂ ਤੇ ਤਨ ਪਟ ਪਹਿ ਰਹਿ ਜੋ। ਤੇ ਇਸ ਕਰਕੇ ਭਾਈ ਜਿਹੜਾ ਸਰੀਰ ਰੂਪੀ ਕੱਪੜੇ ਨੂੰ ਪਹਿਨ ਰਿਹਾ ਹੈ, ਜਿਹਨੇ ਇਹ ਸਰੀਰ ਰੂਪੀ ਕੱਪੜਾ ਪਹਿਨਿਆ ਹੈ, ਆਪਣਾ ਸਰੂਪ ਜਾਣੀਐ ਸੋਏ। ਇਹ ਭਾਈ ਮਹਾਨੰਦ ਬਿਧੀ ਚੰਦ ਜੀ, ਉਹਨੂੰ ਆਪ ਦਾ ਸੁੱਧ ਸਰੂਪ ਜਾਣੋ ਵੀ ਜਿਹਨੇ ਸਰੀਰ ਧਾਰਿਆ ਹੋਇਆ। ਜਿਵੇਂ ਉਹ ਕਹਿੰਦੇ ਆ ਨਾ ਜੀ, ਆਪਾਂ ਅਕਸਰ ਹੀ ਕਹਿ ਦਿੰਦੇ ਹਾਂ ਵੀ ਅਸੀਂ ਦੇਹਧਾਰੀ ਨੂੰ ਗੁਰੂ ਨਹੀਂ ਮੰਨਦੇ। ਤੋ ਹੁਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵੀ ਨਿਸਕਰਸ਼ ਦੇਹ ਤਾਂ ਉਹਨਾਂ ਵੀ ਧਾਰੀ ਹੈ। ਤੋ ਉੱਥੇ ਫਿਰ ਉਹ ਸ਼ੰਕਾ ਕਰਦੇ ਆ ਵੀ ਜੇ ਦੇਹ ਧਾਰੀ ਗੁਰੂ ਡੰਮ ਹੈ ਤਾਂ ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਨਾ ਅਵਤਾਰ ਧਾਰਿਆ ਮਾਤਾ ਤ੍ਰਿਪਤਾ ਦੇਵੀ ਜੀ ਦੇ ਕੁੱਖੋਂ। ਤੋ ਇਸ ਤਰ੍ਹਾਂ ਉਹ ਫਿਰ ਉੱਥੇ ਜਵਾਬ ਦੇਣਾ ਔਖਾ ਹੋ ਜਾਂਦਾ। ਪਰ ਉਹ ਐਂ ਆ ਵੀ ਅਸੀਂ ਦੇਹ ਧਾਰੀ ਨੂੰ ਗੁਰੂ ਨਹੀਂ ਮੰਨਦੇ, ਜਿਹਨੇ ਦੇਹ ਧਾਰੀ ਉਹਨੂੰ ਗੁਰੂ ਮੰਨਦੇ ਆ। ਉਹ ਦੇਹ ਕਿੰਨੇ ਧਾਰੀ ਹੈ? ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਵੀ ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਧਾਰੀ ਹੈ ਉਹਨਾਂ ਨੂੰ ਗੁਰੂ ਮੰਨਦੇ। ਉਹ ਅਕਾਲ ਸਰੂਪ ਸਨ, ਜੋਤ ਰੂਪ ਸਨ। ਤੋ ਇਸ ਤਰ੍ਹਾਂ ਦੇਹ ਧਾਰੀ ਨੂੰ ਗੁਰੂ ਨਹੀਂ, ਜਿਨ੍ਹਾਂ ਦੇ ਧਾਰੀ ਹੈ ਪ੍ਰਭੂ ਪਰਮੇਸ਼ਰ ਉਹ ਹੈ, ਤੋ ਉਸ ਨੂੰ ਅਸੀਂ ਗੁਰੂ ਮੰਨਦੇ ਹਾਂ। ਤੋ ਇਸ ਤਰ੍ਹਾਂ ਗੁਰੂ ਗਰੀਬ ਨਿਵਾਜ ਗੁਰੂ ਰਾਮਦਾਸ ਜੀ ਦੱਸਦੇ ਵੀ ਸਰੀਰ ਤਾਂ ਕੱਪੜਾ ਹੈ, ਇਹ ਪਾੜ ਜਾਵੇਗਾ ਤੋ ਨਵਾਂ ਧਰ ਲਓਗੇ, ਹੋਰ ਧਾਰ ਲਈਦਾ। ਜਿਹੜਾ ਕੱਪੜਾ ਸਰੀਰ ਰੂਪੀ ਚੋਲੇ ਨੂੰ ਪਹਿਨਣ ਵਾਲਾ ਹੈ ਉਹਨੂੰ ਤੁਸੀਂ ਆਪ ਦਾ ਸੁੱਧ ਸਰੂਪ ਜਾਣਨਾ ਕਰੋ। ਕਬਹੂ ਮਰਹਿ ਨ ਮਾਰਿਓ ਜਾਏ। ਉਹ ਨਾ ਤਾਂ ਕਦੇ ਮਰਦਾ ਨਾ ਮਾਰਿਆ ਜਾਂਦਾ ਹੈ। ਜਲ ਡੂਬੈ ਨਹਿ ਅਗਨ ਜਲਾਏ। ਨਾ ਜਲ ਵਿੱਚ ਡੁੱਬੇ ਤੇ ਨਾ ਹੀ ਅੱਗ ਸਾੜ ਸਕਦੀ ਹੈ। ਤਨ ਝੂਠੋ ਸਤ ਸਰੂਪ ਤੁਮਾਰਾ। ਤੇ ਤਨ ਤੁਹਾਡਾ ਝੂਠਾ ਹੈ ਤੇ ਸਤ ਸਰੂਪ ਜਿਹੜਾ ਉਹ ਅਸਲ ਵਿੱਚ ਤੁਹਾਡਾ ਅਸਲੀ ਸਰੂਪ ਸਰੀਰ ਝੂਠਾ ਹੈ, ਤੇ ਸਤ ਸਰੂਪ ਜਿਹੜਾ ਅਜੰਜੜ ਤੁਹਾਡਾ ਰੂਪ ਹੈ ਉਹ ਸਤ ਹੈ, ਜੋ ਤੁਹਾਡਾ ਸਰੂਪ ਸੁੱਧ ਹੈ। ਤਨ ਦੁਖ ਤੁਮ ਹੋ ਆਨੰਦ ਉਦਾਰਾ। ਤੇ ਤਨ ਕਰਕੇ ਦੁਖੀ ਹੋ, ਤਨ ਤੁਹਾਡਾ ਦੁੱਖ ਦੇਵੇਗਾ, ਕਿਉਂਕਿ ਜਿੰਨੇ ਦੁੱਖ ਸੁੱਖ ਹੈ, ਕੁੱਟਮਾਰ ਹੈ, ਕੋਈ ਜਿੰਨੇ ਹੈ ਜੇਲਾਂ ਆਦਿਕ ਜਾਂ ਕੋਈ, ਇਹ ਸਾਰੇ ਸਰੀਰ ਦਾ ਇਲਾਜ ਵੀ ਸਰੀਰ ਦਾ ਹੀ ਹੁੰਦਾ। ਸਰੀਰ ਹੀ ਦੁਖੀ ਹੁੰਦਾ, ਸਰੀਰ ਹੀ ਸੁਖੀ ਹੁੰਦਾ। ਆਤਮਾ ਸੁੱਖ ਦੁੱਖ ਤੋਂ ਅਨੰਤ ਰਹਿਤ ਹੈ। ਤੋ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਇਸ ਤਰ੍ਹਾਂ ਹੀ ਹੈ ਵੀ ਇਹ ਸਰੀਰ ਦੁੱਖ ਰੂਪ ਹੈ, ਤੁਸੀਂ ਅਸਲ ਵਿੱਚ ਜੋ ਹੋ ਉਹ ਸੁੱਖ ਸਰੂਪ ਹੈ ਤੁਹਾਡਾ ਪਰਮਾਤਮਾ ਜੋ। ਤਨ ਜੜ ਹੈ ਚੇਤਨ ਨਿਜ ਰੂਪ। ਤੇ ਸਰੀਰ ਜੜ ਹੈ, ਤੁਹਾਡਾ ਨਿਜ ਰੂਪ ਜਿਹੜਾ ਉਹ ਹੈ ਚੇਤਨ ਹੈ, ਉਹ ਚੇਸ਼ਟਾ ਕਰਨ ਵਾਲਾ ਹੈ। ਆਸ ਨਿਸਚੈ ਉਰ ਤਰਹ ਅਨੂਪ। ਤੇ ਉਹਦੇ ਤੋਂ ਬਿਨਾਂ ਦਾ ਤਨ ਮਿੱਟੀ ਹੈ ਨਾ, ਇਸ ਕਰਕੇ ਇਹ ਨਿਸ਼ਚੇ ਕਰਕੇ ਆਪਣੇ ਮਨ ਵਿੱਚ ਸਰੂਪ ਸੁੱਧ ਸਰੂਪ ਇਹ ਜਾਣੋ ਵੀ ਤੁਸੀਂ ਪਰਮਾਤਮਾ ਤੁਹਾਡਾ ਉਹ ਹੈ। ਅਸਲ ਵਿੱਚ ਤੁਸੀਂ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ।
ਤੂੰ ਅਸਲ ਵਿੱਚ ਉਹ ਸੁੱਧ ਸਰੂਪ ਹੈ, ਸਰੀਰ ਨਹੀਂ ਹੈ। ਸਰੀਰ ਨਾਸ਼ਵੰਤ ਝੂਠਾ ਹੈ। ਸੁਨ ਦੋ ਨਹ ਕੀਨਸ ਅਰਦਾਸ। ਤੇ ਇਸ ਤਰ੍ਹਾਂ ਦਾ ਮਨ ਵਿੱਚ ਜਿਹੜਾ ਵਿਚਾਰ ਜਿਹੜਾ ਰੱਖਣਾ ਹੈ। ਤੋ ਸੁਣ ਕੇ ਗੁਰੂ ਰਾਮਦਾਸ ਮਹਾਰਾਜ ਤੋਂ ਦੋਵਾਂ ਹੱਥ ਜੋੜੇ ਹਨ ਕਿਵ ਹਮਕੋ ਅਸਰੂਪ ਪ੍ਰਕਾਸ਼। ਵੀ ਮਹਾਰਾਜ ਸਾਨੂੰ ਕਿਵੇਂ ਰੂਪ ਦਾ ਪ੍ਰਕਾਸ਼ ਭਾਵ ਪ੍ਰਗਟ ਹੋਵੇਗਾ। ਵੀ ਚਲੋ ਮੰਨ ਲੈਂਦੇ ਵੀ ਅਸੀਂ ਸਰੀਰ ਨਹੀਂ, ਅਸੀਂ ਪਰਮਾਪਾ ਹਾਂ, ਪਰ ਉਹ ਸਰੂਪ ਸਾਡਾ ਪ੍ਰਗਟ ਕਿਵੇਂ ਹੋਵੇਗਾ। ਤਨ ਹੰਤਾ ਤਜ ਤਿਸ ਮਹਿ ਤੇ ਤੁਰੈ। ਤਾਂ ਕਿ ਅਸੀਂ ਸਰੀਰ ਦੀ ਸੰਗਤਾ ਜਿਹੜੀ ਛੱਡ ਕਰਕੇ ਉਹਦੇ ਵਿੱਚ ਮੇਲ ਰੱਖਣ ਲੱਗ ਜਾਈਏ ਵੀ ਅਸੀਂ ਹੁਣ ਸਰੀਰ ਨਹੀਂ, ਅਸੀਂ ਸ਼ੁੱਧ ਸਰੂਪ ਪਰਮਾਪਾ ਪਰਮਾਤਮਾ ਹਾਂ, ਅਸੀਂ ਉਹਦੇ ਵਿੱਚ ਮੈਂ ਰੱਖਣ ਲੱਗ ਜਾਈਏ। ਸਹੀ ਸਰੂਪ ਆਪਨੋ ਕਰੈ। ਤੇ ਮਹਾਰਾਜ ਅਸੀਂ ਨਿਸ਼ਚੈ ਕਰ ਲਈ ਆਪਣਾ ਸੁੱਧ ਸਰੂਪ ਜਿਹਦੀ ਗੱਲ ਕਰਦੇ ਉਹ ਪ੍ਰਕਾਸ਼ ਕਿਵੇਂ ਹੁੰਦਾ ਹੈ। ਤਬ ਸਾਹਿਬ ਨੇ ਕਹਿਓ ਸੁਨਾਈ। ਤਦੋਂ ਸਤਿਗੁਰੂ ਸੁਆਮੀ ਮਾਲਕ ਜੀ ਬੋਲਦੇ ਆ, ਸੁਣਾਉਂਦੇ ਹਨ ਇਹਨਾਂ ਤਾਈਂ ਸਤ ਸੰਗਤ ਕੀ ਜਹ ਚਿਤ ਵੀ ਲਾਈ। ਉਹ ਸੁੱਧ ਸਰੂਪ ਦਾ ਜੇ ਪ੍ਰਕਾਸ਼ ਮਨ ਚਾਹੀਦਾ ਅੰਦਰੋਂ, ਫਿਰ ਸੰਗਤ ਕਰੋ ਚਿੱਤ ਲਾ ਕੇ, ਚਿੱਤ ਬਿਰਤੀ ਲਾ ਕੇ ਸੰਗਤ ਗੁਰਸਿੱਖਾਂ ਦੇ ਪਾਸ ਜਿਹੜਾ ਵਾ ਬੜੀ ਬਹੀਆ ਪੜ੍ਹਿਆ ਪਾਸ ਤੋਂ ਸਿੱਖਾਂ ਦੇ ਪਾਸ ਜਿਹੜੇ ਉਹ ਇਹ ਪਰਮੇਸ਼ਰ ਦੇ ਪ੍ਰੇਮ ਦਾ ਪਹਾੜਾ ਪੜ੍ਹੇ ਹੋਏ ਆ, ਉਹਨਾਂ ਦੇ ਪਾਸ ਬਹਿਣਾ, ਸੰਗਤ ਕਰਨੀ ਕਰੋ ਜੀ। ਕਥਾ ਨੇਮ ਤੇ ਸੁਨੀਐ ਕਾਨ। ਤੇ ਕਥਾ ਜਿਹੜੀ ਨੇਮ ਨਿਯਮ ਦੇ ਨਾਲ ਕੰਨਾਂ ਨਾਲ ਸੁਣਨੀ, ਵੀ ਇਹ ਨਹੀਂ ਇੱਕ ਦਿਨ ਆ ਗਏ ਤੋ ਸਬਬ ਨਾ ਬਣੇ ਗੱਲ ਵੱਖਰੀ, ਪਰ ਫਿਰ ਨਾ ਆਉਣਾ, ਫਿਰ ਨੇਮ ਨਿਯਮ ਦੇ ਨਾਲ ਕਥਾ ਕੀਰਤਨ ਹੈ ਸਤਿਗੁਰਾਂ ਦੀਆਂ, ਹਰ ਹਰ ਕਥਾ ਨਿਰਾਲੀ, ਇਹ ਨਿਯਮ ਦੇ ਨਾਲ ਭਈ ਸੁਣਨਾ, ਚਿੱਤ ਬਿਰਤੀ ਇਕਾਗਰ ਕਰਕੇ। ਗੁਰ ਸਿੱਖਣ ਸੇਵਾ ਹਿਤ ਠਾਨ। ਤੇ ਗੁਰੂ ਕੇ ਸਿੱਖਾਂ ਦੀ ਸੇਵਾ ਜਿਹੜੀ ਹੈ ਫਿਰ ਹਿੱਤ ਕਰਕੇ, ਪ੍ਰੇਮ ਕਰਕੇ, ਮਨ ਵਿੱਚ ਪ੍ਰੇਮ ਰੱਖ ਕੇ ਕਰਨੀ ਹੈ। ਕਰਹ ਵਿਚਾਰਨ ਸਤਿਗੁਰ ਬਾਣੀ। ਤੇ ਗੁਰੂ ਸਤਿਗੁਰਾਂ ਦੀ ਬਾਣੀ ਜਿਹੜੀ ਹੈ ਉਹ ਸਾਰੀ ਉਚਾਰਨੀ ਕਰੋ, ਗੁਰਬਾਣੀ ਪੜ੍ਹਨਾ ਕਰਿਆ ਕਰੋ। ਅਰਥ ਲਖਹ ਕਰ ਪ੍ਰੀਤ ਮਹਾਨੀ। ਤੇ ਫਿਰ ਕਿਸੇ ਤਰ੍ਹਾਂ ਸਿੱਖਾਂ ਤੋਂ ਅਰਥ ਜਾਣਨੇ, ਬੜੀ ਪ੍ਰੀਤ ਮਨ ਵਿੱਚ ਮਹਾਨ ਵੱਡਾ ਪ੍ਰੇਮ ਰੱਖ ਕੇ ਅਰਥਾਂ ਦੀ ਸੋਝੀ ਰੱਖਣੀ, ਵਿਚਾਰਨੇ ਜਾਂ ਕਿਸੇ ਸਿੱਖ ਤੋਂ ਸੁਣ ਲੈਣੇ ਆ। ਤਿਸ ਕੇ ਸਾਥ ਰਿਦਾ ਨਿਜ ਤੋਲਹ। ਗੁਰਬਾਣੀ ਦੇ ਅਰਥ ਸੁਣਨ ਦੇ ਨਾਲ ਫਿਰ ਉਹ ਰਿਦਾ ਜਿਹੜਾ ਉਹਨੂੰ ਤੋਲ ਪੈਂਦਾ, ਫਿਰ ਵੀ ਮੇਰੇ ਮਨ ਵਿੱਚ ਪਾਪ ਵੱਧਦਾ ਹੈ ਕਿ ਮੈਂ ਪੁੰਨੀ ਆ, ਮੇਰੇ ਚੰਗੇ ਕਰਮ ਕਿਹੜੇ ਆ ਤੇ ਨਖਿੱਧ ਕਿਹੜੇ ਆ, ਵਿਧ ਕਿਹੜੇ ਨਖੇਧ ਕਿਹੜੇ, ਕਰਨ ਯੋਗ ਨਾ ਕਰਨ ਯੋਗ, ਉਹ ਸਾਰੀ ਸੋਝੀ ਪੈਂਦੀ, ਮਨ ਦਾ ਤੋੜ ਪੈਂਦਾ ਹੈ। ਦੁਖ ਸੁਖ ਵਿਖੈ ਨ ਕਬਹੂ ਡੋਲਹ। ਤੇ ਦੁੱਖ ਸੁੱਖ ਦੇ ਵਿੱਚ ਕਦੇ ਡੋਲਣਾ ਨਹੀਂ ਹੈ, ਸਦਾ ਦੁੱਖ ਸੁੱਖ ਵਿੱਚ ਵੀ ਪਰਮੇਸ਼ਰ ਨੂੰ ਧਿਆਉਣਾ ਹੈ। ਤੁਮਰੀ ਪ੍ਰੀਤ ਜਾਣ ਬਚ ਕਹੇ। ਤੋ ਅਸੀਂ ਤੁਹਾਡਾ ਪ੍ਰੇਮ ਜਾਣ ਕਰਕੇ ਵੀ ਤੁਹਾਡੇ ਦੋਹਾਂ ਦੇ ਵਿੱਚ ਬੜਾ ਪ੍ਰੇਮ ਹੈ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ, ਇਸ ਲਈ ਅਸੀਂ ਇਹ ਬਚਨ ਕਹੇ ਹਨ। ਇਮ ਜੇ ਕਰਹਾ ਰੂਪ ਨਿਜ ਲਹੇ। ਵੀ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤੇ ਆਪਣਾ ਰੂਪ ਸੁੱਧ ਸਰੂਪ ਪਰਮ ਆਪਾ ਇਹ ਜਾਣ ਲਓਗੇ। ਇਮ ਸਤ ਗੁਰੂ ਕੋ ਸੁਨ ਉਪਦੇਸ਼। ਇਸ ਤਰ੍ਹਾਂ ਸਤਿਗੁਰੂ ਰਾਮਦਾਸ ਮਹਾਰਾਜ ਪਾਸੋਂ ਸਿੱਖਿਆ ਉਪਦੇਸ਼ ਸੁਣਿਆ ਹੈ। ਕਰਨ ਲੱਗੇ ਤਿਮਕਾਰ ਹਮੇਸ਼। ਤੇ ਉਸੇ ਤਰ੍ਹਾਂ ਹੀ ਫਿਰ ਹਮੇਸ਼ਾ ਕਾਰਜ ਕਰਦੇ ਆ, ਜਿਵੇਂ ਵੀ ਮਹਾਰਾਜ ਨੇ ਸਿੱਖਾਂ ਦੀ ਸੇਵਾ, ਬਾਣੀ ਪੜ੍ਹਨੀ ਸੁਣਨੀ, ਅਰਥ ਪੜ੍ਹਨੇ, ਦੂਜਿਆਂ ਤੋਂ ਸੁਣ ਲੈਣੇ, ਸੰਗਤ ਕਰਨੀ, ਇਹ ਸਾਰੀ ਜਿਹੜੀ ਹੈ ਪ੍ਰਕਿਰਿਆ ਮਹਾਰਾਜ ਨੇ ਦੱਸਿਆ ਉਪਦੇਸ਼ ਰਾਹੀਂ, ਇਹਨਾਂ ਬੜੀ ਉਹ ਧਾਰਨ ਕੀਤੀ, ਉਸੇ ਤਰ੍ਹਾਂ ਹੀ ਕਰਦੇ ਆ। ਸਮਾਂ ਪਾਏ ਹੋਇਆ ਨਿਜ ਗਿਆਨ। ਤੇ ਸਮਾਂ ਪਾ ਕਰਕੇ ਇਹਨਾਂ ਨੂੰ ਪਰਮਾਪੇ ਸੁੱਧ ਸਰੂਪ ਦਾ ਜਿਹੜਾ ਗਿਆਨ ਪ੍ਰਾਪਤ ਹੋਇਆ, ਵੀ ਅਸੀਂ ਵਾਸਤਵ ਵਿੱਚ ਕੀ ਆ, ਮਰਨਹਾਰ ਇਹੋ ਜੀੜਾ ਨਾਹੀਂ, ਇਹ ਜਾਣਿਆ ਹੈ। ਕਿੰਨੇ ਕਰਮ ਬੰਧ ਗਨਹਾਨ। ਤੇ ਜਿੰਨੇ ਜਿਹੜੇ ਹੈ ਸੀ ਉਹ ਕਰਮ, ਉਹ ਫਿਰ ਉਹਨਾਂ ਨੂੰ ਬੰਧ ਪਿਆ ਹੈ। ਕੀਨੇ ਕਰਮ ਬੰਧ ਗਨ ਹਾਨ, ਜਿੰਨੇ ਕੀਤੇ ਹੋਏ ਕਰਮ ਸੀ ਉਹ ਸਾਰੀ ਨਹਾਣ ਨਾਸ਼ ਕਰ ਲਏ ਹਨ। ਗੁਰ ਸਿੱਖਣ ਕੀ ਪਦਵੀ ਪਾਈ। ਤੇ ਜਿਹੜੇ ਬ੍ਰਹਮ ਗਿਆਨੀ ਗੁਰਸਿੱਖ, ਇਹੋ ਜੀ ਵੱਡੀ ਪਦਵੀ ਇਹਨਾਂ ਦੋਹਾਂ ਨੇ ਪ੍ਰਾਪਤ ਕੀਤੀ ਹੈ। ਅੰਤ ਕਾਲ ਗੁਰ ਲੀਨ ਮਿਲਾਈ। ਤੇ ਅੰਤਲੇ ਸਮੇਂ ਗੁਰੂ ਨੇ ਆਪਦੇ ਵਿੱਚ ਹੀ ਮਿਲਾ ਲੈਣਾ ਕੀਤਾ ਹੈ, ਅਭੇਦ ਕਰ ਲਿਆ ਹੈ। ਖੁਦੋ ਖੋਸਲਾ ਧਰਮੰਦਾਸ। ਤੇ ਇੱਕ ਧਰਮਦਾਸ ਨਾਮ ਦਾ ਕੋਈ ਖੋਸਲਾ, ਉਹਦਾ ਜਿਵੇਂ ਗੋਤ ਹੁੰਦਾ ਵੀ ਖੱਤਰੀਆਂ ਚ ਖੋਸਲੇ ਵੀ ਹੁੰਦੇ ਆ, ਉਹ ਕੋ ਖੋਸਲਾ ਗੋਤ ਜਾਤ ਦਾ ਧਰਮਦਾਸ ਨਾਵੇਂ ਸਿੱਖ ਹੈ। ਇੱਕ ਤਕਿਆਰਾ ਡੂਗਰ ਦਾਸ। ਤੇ ਇੱਕ ਤਕਿਆਰਾ ਨਾਮ ਦਾ ਇੱਕ ਡੂਗਰ ਦਾਸ ਨਾਵੇਂ ਸਿੱਖ ਹੈ। ਦੀਪਾ ਅਰ ਜੇਠਾ ਸੰਸਾਰੂ। ਭਾਈ ਦੀਪਾ ਜੀ ਤੇ ਇੱਕ ਭਾਈ ਜੇਠਾ ਸੰਸਾਰੂ, ਇਹ ਛੇਵਾਂ ਸਿੱਖ, ਇਹ ਜਿਹੜਾ ਪੰਜਵਾਂ ਸਿੱਖ ਭਾਈ
ਜਿਹੜਾ ਜੇਠਾ ਸੰਸਾਰੂ ਨਾਮ ਦਾ ਹੈ। ਬੂਲਾ ਅਪਰ ਤੀਰਥਾ ਚਾਰੂ। ਤੇ ਛੇਵਾਂ ਭਾਈ ਬੂਲਾ ਜੀ ਤੇ ਸਤਵਾਂ ਭਾਈ ਤੀਰਥਾ ਜੀ ਸੁੰਦਰ ਮਤ ਬੁੱਧ ਵਾਲੇ ਐ। ਮਿਲ ਕਰ ਸਪਤ ਸਿੱਖ ਇਹ ਆਏ। ਇਹ 7 ਸਿੱਖ ਮਿਲ ਕੇ ਗੁਰੂ ਰਾਮਦਾਸ ਮਹਾਰਾਜ ਪਾਸ ਗੋਇੰਦਵਾਲ ਆਏ ਹਨ। ਸ਼੍ਰੀ ਗੁਰੂ ਰਾਮਦਾਸ ਜਿਸ ਥਾਏ। ਜਿੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ